ਸਵਾਲ ਹੈਰਾਨੀ ਇਸ ਗੱਲ ਦੀ ਹੋਈ ਆ ਕਿ ਲੋਕਾਂ ਨੇ ਕਿਸ ਪਰਪਸ ਲਈ ਕਿਹਨਾਂ ਭਾਵਨਾ ਦੇ ਨਾਲ ਇਹਨਾਂ ਨੂੰ ਚੁਣ ਕੇ ਭੇਜਿਆ। ਇਹਨਾਂ ਨੂੰ ਇੰਨੀ ਕੀ ਲੋੜ ਪੈ ਗਈ ਸੀ ਕਿ ਸਰਦਾਰ ਭਗਤ ਸਿੰਘ ਦੇ ਇਸ਼ੂ ਦੇ ਉੱਤੇ, ਸ਼ਹੀਦੀ ਦੇ ਉੱਤੇ ਟੱਚ ਕਰਨੇ ਦਾ। ਕੀ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣਾ ਜਾਂ ਸ਼ਹੀਦ ਕਹਿਣਾ ਉਹ ਸਿਮਰਨਜੀਤ ਸਿੰਘ ਮਾਨ ਤੋਂ ਸਰਟੀਫਿਕੇਟ ਚਾਹੀਦਾ। ਇਹਨਾਂ ਨੇ ਮੈਂ ਸਮਝਦਾ ਕਿ ਧਿਆਨ ਡਾਈਵਰਟ ਕਰਨ ਲਈ ਇੱਕ ਨਵਾਂ ਇਸ਼ੂ ਦੇ ਦਿੱਤਾ। ਕਾਮਰੇਡ ਧਿਰ ਹੈ ਜਿਹੜੀ ਕਮਿਊਨਿਸਟ ਨੇ ਜਿਹੜੇ ਉਹਨਾਂ ਨੂੰ ਪ੍ਰਚਾਰ ਕਰਨ ਦੀ ਐਡੇ ਵੱਡੇ ਪੱਧਰ ਤੇ ਲੋੜ ਕੀ ਪੈ ਗਈ। ਵੱਡੇ ਵੱਡੇ ਸਮਾਗਮ ਰੱਖੇ ਜਾਂਦੇ ਆ, ਸਰਕਾਰੀ ਪੱਧਰ ਦੇ ਉੱਤੇ ਵੀ ਸਮਾਗਮ ਹੁੰਦੇ ਆ। ਜਿਹੜਾ ਸ਼ਹੀਦ ਹੁੰਦਾ ਉਹਨਾਂ ਨੂੰ ਸਮਾਗਮਾਂ ਦੀ ਲੋੜ ਨਹੀਂ ਹੁੰਦੀ। ਇੱਕ ਪਾਸੇ ਇਹ ਵੀ ਦਲੀਲਾਂ ਚੱਲ 1973 ਦੇ ਵਿੱਚ ਸਰਦਾਰ ਭਗਤ ਸਿੰਘ ਦੀ ਮਾਤਾ ਜੀ ਵਿਦਿਆਵਤੀ, ਉਹਨਾਂ ਨੂੰ ਖਟਖੜ ਕਰਨਾ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਪੰਜਾਬ ਮਾਤਾ ਦੇ ਰੁਤਬੇ ਨਾਲ ਸਨਮਾਨਿਤ ਕੀਤਾ। ਸ਼ਹੀਦ ਭਗਤ ਸਿੰਘ ਇੱਕ ਆਪਣੇ ਆਪ ਨੂੰ ਨਹੀਂ ਰਿਪਰੈਜ਼ੈਂਟ ਕਰਦੇ, ਸਮੁੱਚੇ ਇਸ ਆਜ਼ਾਦੀ ਦੇ ਵਿੱਚ ਜਿੰਨੇ ਵੀ ਯੋਧੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ 'ਚ ਗਏ, ਉਸ ਜਮਾਤ ਸਾਰੀ ਨੂੰ ਨੁਮਾਇੰਦਗੀ ਕਰ ਰਿਹਾ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਅਸੀਂ ਕਿਸ ਤਰੀਕੇ ਨਾਲ ਯਾਦ ਕਰਦੇ ਹਾਂ, ਉਹਨਾਂ ਦੀ ਸੋਚ ਤੇ ਪਹਿਰਾ ਕੌਣ ਦੇ ਰਿਹਾ, ਕੌਣ ਨਹੀਂ ਦੇ ਰਿਹਾ। ਇੱਕ ਪਾਸੇ ਤਾਂ ਇਹ ਸਵਾਲ ਹੈ, ਪਰ ਦੂਜੇ ਪਾਸੇ ਇੱਕ ਵੱਡਾ ਸਵਾਲ ਤੇ ਵੱਡੀ ਚਰਚਾ ਉਦੋਂ ਛਿੜ ਜਾਂਦੀ ਹੈ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਤਾਂ ਦਹਿਸ਼ਤਗਰਦ ਸੀ। ਦਹਿਸ਼ਤਗਰਦ ਅੱਜ ਦੇ ਸਮੇਂ ਵਿੱਚ ਕੌਣ ਹੈ ਤੇ ਉਦੋਂ ਕੌਣ ਸੀ? ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ ਕਿਉਂਕਿ ਇੱਕ ਚਰਚਾ ਜਦੋਂ ਛਿੜ ਰਹੀ ਹੈ ਤੇ ਇਸ ਚਰਚਾ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਹੋਣਾ ਔਰ ਹਾਜ਼ਰੀ ਹੋਣੀ ਲਾਜ਼ਮੀ ਹੈ ਕਿ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੇ ਕੀ ਮਹਿਸੂਸ ਕਰਦੇ ਨੇ। ਇਸ ਵਕਤ ਸਾਡੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਜੀ ਦੀ ਬੇਟੀ ਗੁਰਜੀਤ ਕੌਰ ਦੇ ਪਤੀ ਹਰਭਜਨ ਸਿੰਘ ਢੱਟ ਸਾਡੇ ਨਾਲ ਨੇ। ਉਹਨਾਂ ਦੇ ਨਾਲ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਢੱਟ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਜਿਹੜਾ ਇੰਨਾ ਕਸ਼ਟ ਕਰਕੇ ਇਸ ਇਸ਼ੂ ਦੇ ਉੱਤੇ ਸਾਨੂੰ ਮੌਕਾ ਦੇ ਰਹੇ ਹੋ। ਇਸ ਦੇ ਵਿੱਚ ਇੱਕ ਪਾਸੇ ਤੁਸੀਂ ਬੜੀ ਨਿਮਰਤਾ ਨਾਲ ਕਹਿ ਰਹੇ ਹੋ ਕਿ ਕਸ਼ਟ ਕਰ ਰਹੇ ਹਾਂ ਅਸੀਂ, ਇਹ ਤਾਂ ਸਾਰਿਆਂ ਦੇ ਫਰਜ਼ ਨੇ, ਪਰ ਇੱਕ ਪਾਸੇ ਜਦੋਂ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਸਾਹਮਣੇ ਆ ਜਾਂਦੇ ਆ, ਪਹਿਲੀ ਨਜ਼ਰੇ ਜਦੋਂ ਸੁਣਦੇ ਹੋ ਤੁਸੀਂ ਕੀ ਖਿਆਲ ਆਉਂਦਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ? ਸਵਾਲ ਹੈਰਾਨੀ ਇਸ ਗੱਲ ਦੀ ਹੋਈ ਆ ਕਿ ਲੋਕਾਂ ਨੇ ਕਿਸ ਪਰਪਸ ਲਈ ਕਿਹਨਾਂ ਭਾਵਨਾ ਦੇ ਨਾਲ ਇਹਨਾਂ ਨੂੰ ਚੁਣ ਕੇ ਭੇਜਿਆ। ਅੱਜ ਇਹਨਾਂ ਨੇ ਮਾਨ ਸਾਹਿਬ ਨੇ ਕਿਹੜਾ ਇਸ਼ੂ ਜਿਹੜਾ ਹੈਗਾ, ਜਿਹੜਾ ਕਿ ਅੱਜ ਦੇ ਦਿਨ ਦੀ ਕੋਈ ਇਸ ਦੀ ਲੋੜ ਹੀ ਨਹੀਂ, ਨਾ ਕੋਈ ਅੱਜ ਦੇ ਦਿਨ ਦਾ ਇਹ ਏਜੰਡਾ ਹੈ। ਔਰ ਇਹ ਫਿਰ ਕਰਨਾਲ ਜਾ ਕੇ, ਹਰਿਆਣੇ ਵਿੱਚ ਜਾ ਕੇ, ਮੇਨ ਇਹ ਹੈ ਕਿ ਉੱਥੇ ਪ੍ਰੈਸ ਕਾਨਫਰੰਸ ਹੈ। ਪ੍ਰੈਸ ਕਾਨਫਰੰਸ ਵਾਲਿਆਂ ਨੇ ਨਾ ਇਸ ਮੁੱਦੇ 'ਤੇ ਕੋਈ ਪ੍ਰੈਸ ਰੱਖੀ, ਨਾ ਹੀ ਉਹਨਾਂ ਨੇ ਸਵਾਲ ਕੀਤਾ। ਇਹਨਾਂ ਨੂੰ ਇੰਨੀ ਕੀ ਲੋੜ ਪੈ ਗਈ ਸੀ ਕਿ ਸਰਦਾਰ ਭਗਤ ਸਿੰਘ ਦੇ ਇਸ਼ੂ ਦੇ ਉੱਤੇ, ਸ਼ਹੀਦੀ ਦੇ ਉੱਤੇ ਟੱਚ ਕਰਨੇ ਦਾ। ਔਰ ਇਹਨਾਂ ਨੂੰ ਸ਼ਾਇਦ ਮੇਰਾ ਖਿਆਲ ਪਤਾ ਹੀ ਨਹੀਂ ਕਿ ਸ਼ਹੀਦ ਕੌਣ ਹੁੰਦੇ ਆ, ਕਿਉਂਕਿ ਜੇ ਮੈਂ ਇਹ ਚਾਹਾਂਗਾ ਕਿ ਮਾਨ ਸਾਹਿਬ ਥੋੜ੍ਹਾ ਜਿਹਾ ਆਪਣਾ ਪਿਛੋਕੜ ਦੱਸ ਦੇਣ ਕਿ ਇਹਨਾਂ ਨੇ ਮੁਲਕ ਦੀ ਆਜ਼ਾਦੀ ਵਾਸਤੇ ਇਹਨਾਂ ਦੇ ਪਰਿਵਾਰ ਨੇ ਹੁਣ ਤੱਕ ਕੀ ਦੇਣ ਦਿੱਤੀ ਆ। ਇਹਨਾਂ ਦਾ ਦੇਣ ਤਾਂ ਇੰਨੀ ਆ ਕਿ ਜਲਿਆਂਵਾਲੇ ਬਾਗ ਦਾ ਜੋ ਕਾਂਡ ਸੀਗਾ, ਲੋਕੀ ਕੁਰਲਾ ਰਹੇ ਸੀ, ਹਜ਼ਾਰਾਂ ਲੋਕ ਉੱਥੇ ਨਿਹੱਥੇ ਮਾਰੇ ਗਏ, ਔਰ ਉਸ ਸਾਂਡਰਸ ਨੂੰ, ਕਾਤਲ ਨੂੰ ਦਰਬਾਰ ਸਾਹਿਬ ਸੱਦਿਆ ਗਿਆ। ਔਰ ਇਹਨਾਂ ਦੇ ਨਾਨਾ ਜੀ ਉਹਦੇ ਸਰਬਰਾਹ ਸਨ। ਉਸ ਵੇਲੇ ਸ਼੍ਰੋਮਣੀ ਕਮੇਟੀ ਨਹੀਂ ਸੀ, ਉਹ ਅੰਗਰੇਜ਼ਾਂ ਦੇ ਅਧੀਨ ਸੀ। ਉਹਨਾਂ ਨੇ ਇਹਨਾਂ ਨੂੰ ਆਪਣਾ ਮੁਕਰਰ ਕੀਤਾ ਹੋਇਆ ਸੀ। ਇਹਨਾਂ ਨੇ ਸੱਦ ਕੇ ਤਾਜ਼ਾ ਉਸ ਵੇਲੇ ਵਾਕਿਆ ਹੋਇਆ ਸੀ, ਉਹਦੇ 'ਤੇ ਜਿਹੜਾ ਇਹਨਾਂ ਨੇ ਉਹਨਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ, ਉਹਦੇ ਨਾਲ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ? ਜਿਹੜੇ ਜਲਿਆਂਵਾਲਾ ਬਾਗ ਕਾਂਡ ਦੀ ਤੁਸੀਂ ਹੱਤਿਆ ਦੀ ਗੱਲ ਕਰ ਰਹੇ ਹੋ ਕਿ ਕਾਂਡ ਹੋ ਗਿਆ ਜਿੱਥੇ ਹਰੇਕ ਭਾਰਤੀ ਮੂਲ ਦਾ ਬੰਦਾ ਸੀ, ਉਸ ਦਾ ਖੂਨ ਖੌਲਦਾ ਸੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਨਿਹੱਥੇ ਲੋਕਾਂ ਦੇ ਉੱਤੇ ਵਾਰ ਕੀਤਾ ਗਿਆ। ਪਰ ਦੂਜੇ ਪਾਸੇ ਇਸ ਤਰ੍ਹਾਂ ਸਰੂਪਾ ਜਿਹੜਾ ਦਿੱਤਾ ਗਿਆ, ਉਹ ਅੱਜ ਵੀ ਸਿਮਰਨਜੀਤ ਸਿੰਘ ਮਾਨ ਇਹ ਦਲੀਲ ਦਿੰਦੇ ਆ ਕਿ ਮੇਰੇ ਨਾਨਾ ਅਰੂੜ ਸਿੰਘ ਨੇ ਉਸ ਮਾਹੌਲ ਨੂੰ ਸ਼ਾਂਤ ਕਰਨ ਦੇ ਲਈ, ਅੰਗਰੇਜ਼ਾਂ ਨੂੰ ਸ਼ਾਂਤ ਕਰਨ ਦੇ ਲਈ ਇਹ ਸਾਰੀ ਚੀਜ਼ ਕੀਤੀ ਸੀ, ਕਾਰਵਾਈ ਕੀਤੀ। ਅੱਜ ਮੈਂ ਸਮਝਦਾ ਕਿ ਇਹਨਾਂ ਨੂੰ ਵੀ ਇਹ ਕਿਉਂਕਿ ਜਲਿਆਂਵਾਲਾ ਬਾਗ ਜਿਹੜਾ ਹੈਗਾ, ਉਹ ਅਗਰ ਨਾ ਹੁੰਦਾ ਹੋ ਸਕਦਾ ਆਜ਼ਾਦੀ ਇੰਨੀ ਜਲਦੀ ਨਾ ਮਿਲਦੀ। ਉਹਦੇ ਵਿੱਚੋਂ ਹੀ ਸਰਦਾਰ ਭਗਤ ਸਿੰਘ ਦੀ ਪੈਦਾਇਸ਼ ਹੋਈ, ਉਹਦੇ ਵਿੱਚੋਂ ਸਰਦਾਰ ਊਧਮ ਸਿੰਘ ਦੀ,
ਔਰ ਉਹਦੇ ਵਿੱਚੋਂ ਹੀ ਆਪਣੇ ਸਰਾਭਾ ਦੀ ਉਸ ਨੇ ਆਜ਼ਾਦੀ ਦੀ ਮੂਵਮੈਂਟ ਨੂੰ ਜੋ ਅੱਗੇ ਵਧਾਇਆ, ਤੇ ਨਹੀਂ ਤਾਂ ਉਹ ਇੰਨੀ ਤੇਜ਼ੀ ਨਾ ਫੜਦੀ। ਔਰ ਅੱਜ ਮੈਂ ਸਮਝਦਾ ਹਾਂ ਕਿ ਅੱਜ ਕੋਈ ਲੋੜ ਨਹੀਂ ਸੀ। ਮਾਨ ਸਾਹਿਬ ਨੇ ਉਹਨਾਂ ਨੂੰ ਕਿਸ ਕੰਮ ਲਈ ਲੋਕਾਂ ਨੇ ਚੁਣਿਆ? ਇੱਕ ਉਹਨਾਂ ਨੇ ਇਹ ਨਹੀਂ ਕਿ ਵੋਟਾਂ ਮਾਨ ਨੂੰ ਪਈਆਂ, ਉਹ ਇਸ ਤਰ੍ਹਾਂ ਸੀ ਜਿਵੇਂ ਪਿੱਛੇ ਇਲੈਕਸ਼ਨ ਜਿਹੜੀ ਹੋਈ ਅਸੈਂਬਲੀ ਦੀ, ਉਹਦੇ ਵਿੱਚ ਵੋਟਾਂ ਆਪ ਪਾਰਟੀ ਨੂੰ ਨਹੀਂ ਪਈਆਂ। ਲੋਕਾਂ ਦੀ ਨਿਰਾਸ਼ਾ ਸੀਗੀ ਬਾਕੀ ਦੀਆਂ ਪਾਰਟੀਆਂ ਤੋਂ, ਅਕਾਲੀਆਂ ਤੋਂ ਵੀ, ਕਾਂਗਰਸ ਤੋਂ ਵੀ। ਉਹਨਾਂ ਨੇ ਤੇ ਉਹਨਾਂ ਦੀ ਜੋ ਆਸ ਸੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਉੱਤੇ, ਕਿਉਂਕਿ ਉਹਨਾਂ ਦਾ ਹੋਮ ਟਾਊਨ ਆ, ਉਹਦੇ ਕਰਕੇ 3 ਮਹੀਨੇ ਬਾਅਦ ਇਲੈਕਸ਼ਨ ਆ ਗਈ। ਜੋ ਲੋਕਾਂ ਨੂੰ ਆਸਾਂ ਸੀ ਉਹ ਆਸਾਂ ਉਹਨਾਂ ਦੇ ਮੁਤਾਬਕ ਨਹੀਂ ਉਤਰੇ। ਉਸ ਲਈ ਉਹਨਾਂ ਨੂੰ ਵਾਰਨ ਕਰਨ ਲਈ, ਇੱਕ ਚੁਕੰਨੇ ਕਰਨ ਲਈ, ਇਹ ਤੁਸੀਂ ਇਹ ਨਾ ਸਮਝੋ ਕਿ ਅਸੀਂ ਤੁਹਾਨੂੰ ਪਾਵਰ 'ਚ ਲੈਣ ਦਾ ਤਾਂ ਤੁਸੀਂ ਸਾਡਾ ਖਿਆਲ ਨਾ ਕਰੋ। ਉਹਦੇ ਕਰਕੇ ਉਹਨਾਂ ਨੂੰ ਹੋਰ ਕੋਈ ਆਲਟਰਨੇਟਿਵ ਨਹੀਂ ਸੀਗਾ, ਤਦ ਕਰਕੇ ਮਾਨ ਸਾਹਿਬ ਨੂੰ ਵੋਟਾਂ ਪਾਈਆਂ। ਇਹ ਨਹੀਂ ਕਿ ਉਹ ਸਿਮਰਨਜੀਤ ਬਹੁਤ ਵੱਡਾ ਚੰਗਾ ਬੰਦਾ ਆ ਜਾਂ ਬਹੁਤ ਉਹਨੇ ਕੁਰਬਾਨੀ ਕੀਤੀ, ਇਸ ਕਰ ਵੋਟ ਇਸ ਕਰਕੇ ਬਾਈ ਐਂਟੀ ਆਪ ਪਾਰਟੀ। ਉਹਨਾਂ ਨੂੰ ਉਹਨੂੰ ਦੱਸਣ ਲਈ, ਚੁਕੰਨੇ ਕਰਨ ਲਈ ਕਿ ਤੁਸੀਂ ਚੁਕੰਨੇ ਹੋ ਜਾਓ, ਨਹੀਂ ਕੁਛ ਕਰੋਗੇ ਤੇ ਸਾਡੇ ਕੋਲ ਹੱਲ ਹੈਗਾ। ਤੇ ਮਾਨ ਸਾਹਿਬ ਨੂੰ ਮੇਰੇ ਖਿਆਲ ਭੁਲੇਖਾ ਹੋ ਗਿਆ। ਇਹਨਾਂ ਨੇ ਜੋ ਅੱਜ ਪੰਜਾਬ ਜਿਸ ਦੌਰ 'ਚ ਲੰਘ ਰਿਹਾ, ਔਰ ਇਹ ਇੱਕ ਜਿੱਦਾਂ ਕਹਿੰਦੇ ਨਾ ਵੀ ਜਵਾਲਾਮੁਖੀ ਦੇ ਉੱਪਰ ਖੜਾ ਆ। ਨੌਜਵਾਨਾਂ ਦੀ ਪ੍ਰੋਬਲਮ ਹੈ, ਗੈਂਗਸਟਰਾਂ ਦਾ ਜੋ ਇਸ ਵੇਲੇ ਲਾ ਐਂਡ ਆਰਡਰ ਦੀ ਪ੍ਰੋਬਲਮ ਆ, ਔਰ ਜੋ ਨਸ਼ਿਆਂ ਦਾ ਹਾਲ ਹੈ, ਔਰ ਜੋ ਇਕੋਨਮੀ ਆ, ਖੇਤੀ ਦੇ ਮਸਲੇ ਆ, ਉਹਦੇ 'ਤੇ ਸੋਚਣ ਦੀ ਬਜਾਏ ਇਹਨਾਂ ਨੇ, ਮੈਂ ਸਮਝਦਾ ਕਿ ਧਿਆਨ ਡਾਈਵਰਟ ਕਰਨ ਲਈ ਇੱਕ ਨਵਾਂ ਇਸ਼ੂ ਦੇ ਦਿੱਤਾ। ਇਹ ਇਸ਼ੂ ਕਿੱਥੇ ਆ ਕਿ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣਾ ਜਾਂ ਸ਼ਹੀਦ ਕਹਿਣਾ, ਉਹ ਸਿਮਰਨਜੀਤ ਸਿੰਘ ਮਾਨ ਤੋਂ ਸਰਟੀਫਿਕੇਟ ਚਾਹੀਦਾ। ਉਹ ਸਰਟੀਫਿਕੇਟ ਲੋਕਾਂ ਕੋਲ ਆ, ਨਾ ਪਾਰਲੀਮੈਂਟ ਦੀ ਲੋੜ ਆ। ਅਗਰ ਉਹਨਾਂ ਨੂੰ ਸ਼ਹੀਦ ਕਹਿ ਰਹੇ ਆ, ਲੋਕ ਕਹਿ ਰਹੇ ਆ, ਮਤਲਬ ਬੱਚਾ ਕਹਿ ਰਿਹਾ, ਔਰ ਉਹਦੇ ਲਈ ਮਾਨ ਸਾਹਿਬ ਨੂੰ ਇੰਨਾ ਕਸ਼ਟ ਕਰਨ ਦੀ ਕੀ ਲੋੜ ਸੀ ਬਗੈਰ ਕਿਸੇ ਏਜੰਡੇ ਤੋਂ ਪ੍ਰੈਸ ਦੇ ਵਿੱਚ? ਇਸ ਬਿਆਨ ਤੇ ਥੋੜੀ ਜਿਹੀ ਜਿਹੜੀ ਗਿਣਤੀ 'ਚ ਧਿਰ ਆ, ਉਹ ਇਹ ਵੀ ਦਲੀਲ ਦੇ ਰਹੀ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੇਕਰ ਵਾਕਈ ਸ਼ਹੀਦ ਹੁੰਦੇ, ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਸ਼ਹੀਦ ਆਜ਼ਮ ਭਗਤ ਸਿੰਘ ਨੂੰ, ਉਹ ਕਹਿੰਦੇ ਕਿ ਕਾਮਰੇਡ ਧਿਰ ਹੈ ਜਿਹੜੀ ਕਮਿਊਨਿਸਟ ਨੇ, ਜਿਹੜੇ ਉਹਨਾਂ ਨੂੰ ਪ੍ਰਚਾਰ ਕਰਨ ਦੀ ਐਡੇ ਵੱਡੇ ਪੱਧਰ ਤੇ ਲੋੜ ਕੀ ਪੈ ਗਈ? ਵੱਡੇ ਵੱਡੇ ਸਮਾਗਮ ਰੱਖੇ ਜਾਂਦੇ ਆ, ਸਰਕਾਰੀ ਪੱਧਰ ਦੇ ਉੱਤੇ ਵੀ ਸਮਾਗਮ ਹੁੰਦੇ ਆ, ਜਿਹੜਾ ਸ਼ਹੀਦ ਹੁੰਦਾ ਉਹਨਾਂ ਨੂੰ ਸਮਾਗਮਾਂ ਦੀ ਲੋੜ ਨਹੀਂ ਹੁੰਦੀ। ਇੱਕ ਪਾਸੇ ਇਹ ਵੀ ਦਲੀਲਾਂ ਚੱਲ ਰਹੀਆਂ। ਉਸ ਦੇ ਵਿੱਚ ਜਿਹੜਾ ਇਹਨਾਂ ਨੂੰ ਕਾਮਰੇਡਾਂ ਨੇ ਜੋੜਨਾ ਨਾ, ਇਹਨਾਂ ਨੂੰ ਇਹ ਪੁੱਛੋ ਕਿ 1973 ਦੇ ਵਿੱਚ ਸਰਦਾਰ ਭਗਤ ਸਿੰਘ ਦੀ ਮਾਤਾ ਜੀ ਵਿਦਿਆਵਤੀ, ਉਹਨਾਂ ਨੂੰ ਖਟਖਟ ਕਰਨਾ, ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਪੰਜਾਬ ਮਾਤਾ ਦੇ ਰੁਤਬੇ ਨਾਲ ਸਨਮਾਨਿਤ ਕੀਤਾ। ਗਿਆਨੀ ਜੈਲ ਸਿੰਘ ਉਸ ਵੇਲੇ ਚੀਫ ਮਿਨਿਸਟਰ ਸੀਗੇ, ਔਰ ਉਹਨਾਂ ਨੇ ਖਟਖਟ ਕਲਾਂ ਫੰਕਸ਼ਨ ਰੱਖ ਕੇ ਉਹਨਾਂ ਨੂੰ ਕੀਤਾ। ਉਹ ਸਰਕਾਰੀ ਤੌਰ 'ਤੇ ਨਹੀਂ ਹੋਇਆ, ਉਹਨਾਂ ਨੂੰ ਸਨਮਾਨਿਤ ਕਿਸ ਕਰਕੇ ਕੀਤਾ ਗਿਆ? ਇਹ ਨਰਾਦਰ ਜਿਹੜਾ ਸ਼ਹੀਦ ਭਗਤ ਸਿੰਘ ਦਾ, ਉਹਨਾਂ ਦਾ ਇਕੱਲਿਆਂ ਦਾ ਨਹੀਂ ਆ, ਸਮੁੱਚੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਇੱਕ ਆਪਣੇ ਆਪ ਨੂੰ ਨਹੀਂ ਰਿਪਰੈਜ਼ੈਂਟ ਕਰਦੇ, ਸਮੁੱਚੇ ਇਸ ਆਜ਼ਾਦੀ ਦੇ ਵਿੱਚ ਜਿੰਨੇ ਵੀ ਯੋਧੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ 'ਚ ਗਏ ਜਾਂ ਹੋਰ ਉਹਨਾਂ ਨੇ ਕਸ਼ਟ ਸਹੇ ਆ, ਉਸ ਜਮਾਤ ਸਾਰੀ ਨੂੰ ਨੁਮਾਇੰਦਗੀ ਕਰ ਰਿਹਾ। ਔਰ ਇੱਕ ਹਰ ਚੀਜ਼ ਲਈ ਇੱਕ ਨੁਮਾਇੰਦਾ ਚੁਣਨਾ ਪੈਂਦਾ। ਲੋਕਾਂ ਨੇ ਸ਼ਹੀਦ ਭਗਤ ਸਿੰਘ ਨੂੰ ਇੱਕ ਉਹਨਾਂ ਦਾ ਸਮੁੱਚੇ ਆਜ਼ਾਦੀ ਘੁਲਾਟੀਆਂ ਨੂੰ, ਦੇਸ਼ ਭਗਤਾਂ ਨੂੰ ਇੱਕ ਸਨਮਾਨਿਤ ਤੌਰ 'ਤੇ ਇਹਨਾਂ ਨੂੰ ਇੱਕ ਆਈਕਨ ਬਣਾਇਆ। ਸ਼ਹੀਦ ਆਜ਼ਮ ਭਗਤ ਸਿੰਘ ਲਈ ਬੇਸ਼ੱਕ ਲੋਕਾਂ ਦੇ ਦਿਲਾਂ ਵਿੱਚ ਜਿਹੜੀ ਜਗ੍ਹਾ ਹੈ, ਉਸ ਨੂੰ ਕਿਸੇ ਵੀ ਬਿਆਨ ਦੇ ਨਾਲ ਉਹ ਘਟਣੀ ਨਹੀਂ, ਤੇ ਨਾ ਹੀ ਉਸ ਦੇ ਉੱਤੇ ਕੋਈ ਠੇਸ ਪਹੁੰਚਣੀ ਹੈ, ਨਾ ਸੱਟ ਵੱਜਣੀ ਹੈ। ਪਰ ਦੁੱਖ ਉਦੋਂ ਹੁੰਦਾ ਕਿ ਜਦੋਂ ਇਸ ਤਰ੍ਹਾਂ ਦਾ ਬਿਆਨ ਆ ਜਾਂਦਾ, ਔਰ ਕੂੜ ਪ੍ਰਚਾਰ ਬਹੁਤ ਤਰੀਕਿਆਂ ਦਾ ਚੱਲਦਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਲਈ। ਉਸ ਪ੍ਰਚਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਸ ਦੇ ਪਿੱਛੇ ਹੱਥ ਕਿਹਦਾ ਹੈ, ਜਾਂ ਫਿਰ ਉਸ ਦੇ ਪਿੱਛੇ ਸੋਚ ਕਿਹੜੀ ਖੜੀ ਹੈ? ਉਸ ਦੇ ਪਿੱਛੇ ਸੋਚ ਇਹ ਹੈ ਕਿ ਜਿਹੜਾ ਅੱਜ ਤੱਕ ਇਹ ਚਰਚਾ ਹੈ ਕਿ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ, ਇਕੱਲਾ ਉਹਨਾਂ ਨੂੰ ਨਹੀਂ ਦਿੱਤਾ, ਕਿਹੜੇ ਆਜ਼ਾਦੀ ਘੁਲਾਟੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ? ਉਸ ਦਾ ਮਕਸਦ ਇਹ ਆ ਲੋਕਾਂ ਨੂੰ ਇਸ ਪਾਸਿਓਂ ਹਟਾਉਣਾ, ਕਿਉਂਕਿ ਜਿਹੜਾ ਰਾਜ ਭਾਗ ਸੱਤਾ ਦੇ ਵਿੱਚ ਆ, ਉਹਨੂੰ ਹਮੇਸ਼ਾ ਇਹ ਖਤਰਾ ਰਹਿੰਦਾ ਕਿ ਜਿਹੜੇ ਬੰਦੇ ਪਹਿਲਾਂ ਦੇਸ਼ ਭਗਤ ਜਾਂ ਹੋਰ ਹੈਗੇ ਆ,
ਉਹਨਾਂ ਦੇ ਪੈਰੋਕਾਰ ਨਾ ਬਣਨ, ਉਹਨਾਂ ਨੂੰ ਇਹ ਦਿਖਾਈਏ ਕਿ ਦੇਸ਼ ਭਗਤ ਬਣਨ ਨਾਲ ਜਾਂ ਸ਼ਹੀਦੀਆਂ ਦੇਣ ਨਾਲ ਤੁਹਾਡੀ ਇਹ ਹਾਲਤ ਹੋਈ, ਉਹਨਾਂ ਦੇ ਪਰਿਵਾਰਾਂ ਨੂੰ ਭੁੱਖੇ ਮਾਰੋ, ਉਹਨਾਂ ਨੂੰ ਜਲੀਲ ਕਰੋ ਔਰ ਉਹਨਾਂ ਦਾ ਕੋਈ ਸਤਿਕਾਰ ਨਾ ਕਰੋ। ਇਹ ਮੈਸੇਜ ਦੇਣਾ ਹੁੰਦਾ ਔਰ ਉਹੀ ਮੈਸੇਜ ਸਰਦਾਰ ਮਾਨ ਸਾਹਿਬ ਦੇ ਰਹੇ ਆ। ਇਹਨਾਂ ਨੂੰ ਪਾਰਲੀਮੈਂਟ 'ਚ ਲੋਕਾਂ ਨੇ ਇਸ ਕਰਕੇ ਭੇਜਿਆ ਕਿ ਸਾਡਾ ਜਿਹੜਾ ਹੈਗਾ ਦੁੱਖੜੇ ਉਹਦਾ ਹੱਲ ਕਰੋ, ਪੰਜਾਬ ਦੀ ਆਵਾਜ਼ ਉਠਾਓ। ਇਹਨਾਂ ਨੇ ਵਾਅਦੇ ਵੀ ਕੀਤੇ ਔਰ ਇਹ ਅੱਜ ਇੱਕ ਨਵਾਂ ਇਸ਼ੂ ਲੈ ਕੇ ਬਹਿ ਗਏ ਅਤੇ ਪਾਰਲੀਮੈਂਟ ਨੂੰ ਤਾਂ ਭੁੱਲ ਗਏ, ਲੋਕਾਂ ਨੂੰ ਭੁੱਲ ਗਏ। ਮੈਂ ਇਹ ਕਹਾਂਗਾ ਅਗਰ ਮਾਨ ਸਾਹਿਬ ਦੀ ਇਹ ਜਿਹੜੀ ਤਰਕ ਆ ਇਸ ਬੇਸ 'ਤੇ ਪੰਜਾਬ ਛੱਡੋ ਸੰਗਰੂਰ ਤੋਂ ਇਲੈਕਸ਼ਨ ਲੜੀ ਹੈ, ਜਿੱਤੇ ਵੀ ਆ, ਉੱਥੋਂ ਮੈਂ ਸਰਕਾਰ ਨੂੰ ਵੀ ਕਹਾਂਗਾ ਕਿ ਰੈਫਰੈਂਡਮ ਕਰਾਉਣ ਕਿ ਜੋ ਇਹਨਾਂ ਨੇ ਤਰਕ ਦਿੱਤਾ ਹੈ ਕੀ ਤੁਸੀਂ ਉਹਦੇ ਨਾਲ ਸਹਿਮਤ ਆ? ਜੇ ਸਹਿਮਤ ਆ ਠੀਕ ਆ, ਨਹੀਂ ਤਾਂ ਪਾਰਲੀਮੈਂਟ ਤੋਂ ਅਸਤੀਫਾ ਦੇਣ। ਔਰ ਦੇਖੋ 1 ਸਾਲ ਸਵਾ ਸਾਲ ਰਹਿ ਗਿਆ 24 ਦੀ ਇਲੈਕਸ਼ਨ ਵਾਸਤੇ। ਇਸ ਮੌਕੇ ਜਿਹੜਾ ਇਹਨਾਂ ਨੇ ਦੇਣਾ ਆ, ਇਹ ਜ਼ਰੂਰ ਕਿਸੇ ਨਾ ਕਿਸੇ ਏਜੰਸੀ ਕਹਿ ਦਿਓ ਜਾਂ ਕਿਸੇ ਮਨੋਰਥ ਨਾਲ ਇਹਨਾਂ ਨੂੰ ਮੋਹਰਾ ਬਣਾ ਕੇ ਇੱਕ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਲਈ ਔਰ ਲੋਕਾਂ ਦੇ ਵਿੱਚ ਇੱਕ ਉਹਨਾਂ ਦਾ ਧਿਆਨ ਡਾਈਵਰਟ ਕਰਨ ਲਈ, ਕਿਉਂਕਿ ਇਸ ਵੇਲੇ ਪੰਜਾਬ ਲੜ ਰਿਹਾ, ਜਿਹੜੇ ਸਾਡੇ ਨੌਜਵਾਨ ਗੈਂਗਸ ਵਾਰ ਚੱਲ ਰਹੀ ਆ, ਨਸ਼ਿਆਂ ਦੀ ਵਾਰ ਚੱਲ ਰਹੀ ਆ, ਉਹਨੂੰ ਮੁਹਿੰਮ ਚਲਾਈ ਸੀਗੀ ਮੌਜੂਦਾ ਸਰਕਾਰ ਨੇ। ਉਹਦੇ ਵਿੱਚ ਮੈਂ ਸਮਝਦਾ ਰੋੜਾ ਪਾਉਣ ਲਈ ਕਿ ਪੰਜਾਬ ਨੂੰ ਜਿਹੜਾ ਨਸ਼ਿਆਂ ਦੇ ਵਿੱਚ ਗਲਤ ਹੋਇਆ ਇਹਦੇ 'ਚੋਂ ਨਾ ਕੱਢਿਆ ਜਾਵੇ। ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਕੁਰਾਹੇ ਪੈ ਗਈ ਹੈ ਗੈਂਗਵਾਰ, ਪਹਿਲਾਂ ਅੱਤਵਾਦੀ ਕੀਤਾ, ਹੁਣ ਗੈਂਗਵਾਰ ਸ਼ੁਰੂ ਹੋ ਗਈ ਆ ਔਰ ਉਹਦੇ ਵਿੱਚੋਂ ਇਹਨਾਂ ਨੂੰ ਨਾ ਕੱਢਿਆ ਜਾਏ, ਉਹਦੇ 'ਚ ਫਸਾਇਆ ਜਾਵੇ। ਔਰ ਇਹ ਇਨਡਾਇਰੈਕਟ ਵੇ ਨਾਲ ਇਹਦੇ ਨਾਲ ਵੱਡਾ ਦੇਸ਼ ਧਰੋਈ ਵਾਲਾ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਪੰਜਾਬ ਦਾ ਮਸਲਾ ਹੀ ਨਹੀਂ, ਹਿੰਦੁਸਤਾਨ ਦਾ ਮਸਲਾ ਹੈ ਨਸ਼ਿਆਂ ਦਾ, ਜਿਹੜਾ ਇੱਕ ਬਾਜ਼ਾਰ ਪੰਜਾਬ ਨੂੰ ਬਣਾਇਆ ਜਾ ਰਿਹਾ। ਤੁਸੀਂ ਇੱਕ ਪਾਸੇ ਗੱਲ ਕਰ ਰਹੇ ਹੋ ਕਿ ਜਿਹੜੇ ਮੁੱਦਿਆਂ ਤੇ, ਜਿਹੜੇ ਲੋਕਾਂ ਦੇ ਮੁੱਦੇ ਨੇ, ਉਹਨਾਂ ਨੂੰ ਹੱਲ ਕਰਨ ਦੀ ਗੱਲ ਹੋਣੀ ਚਾਹੀਦੀ ਹੈ। ਕਿੱਥੇ ਫਜ਼ੂਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਉਹ ਵੀ ਇੱਕ ਚੁਣੇ ਹੋਏ ਨੁਮਾਇੰਦੇ ਦੇ ਵੱਲੋਂ। ਤੁਸੀਂ ਇਹ ਵੀ ਕਹਿ ਦਿੱਤਾ ਕਿ ਉਹ ਏਜੰਸੀਆਂ ਦਾ ਮੋਹਰਾ ਬਣਾ ਕੇ ਉਸ ਨੂੰ ਵਰਤਿਆ ਜਾ ਰਿਹਾ। ਦੂਜੇ ਪਾਸੇ ਜਿੱਥੇ ਤੱਕ ਪਾਸੇ ਮਾਨ ਨੇ ਬਿਆਨ ਦੇ ਦਿੱਤਾ ਭਗਤ ਸਿੰਘ ਦੇ ਬਾਰੇ ਕਿ ਦਹਿਸ਼ਤਗਰਦ ਹੈ, ਔਰ ਜਿਹੜੇ ਕਾਊਂਟਰ ਕਰ ਰਿਹਾ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਸੁਖਬੀਰ ਬਾਦਲ, ਚਾਹੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹੋਵੇ, ਸਾਰੇ ਐਮਐਲਏ ਹੋਣ, ਮੰਤਰੀ ਹੋਣ, ਮੁੱਖ ਮੰਤਰੀ ਭਗਵੰਤ ਮਾਨ ਹੋਣ, ਜਾਂ ਫਿਰ ਕਾਂਗਰਸ ਪਾਰਟੀ ਹੋਵੇ, ਰਾਜਾ ਵੜਿੰਗ ਪ੍ਰਧਾਨ ਹੋਣ, ਉਹ ਸਾਰੇ ਜਿਹੜੀਆਂ ਗੱਲਾਂ ਕਰ ਰਹੇ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ, ਜਿਹੜੇ ਉਹ ਗੱਲਾਂ ਕਰ ਰਹੇ, ਤੁਹਾਨੂੰ ਲੱਗਦਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਤੇ ਉਹ ਵੀ ਪਹਿਰਾ ਦਿੰਦੇ ਆ, ਜਾਂ ਕਿਤੇ ਨਾ ਕਿਤੇ ਇਹ ਵੀ ਸਿਆਸਤੀ ਹੋ ਰਹੀ ਆ? ਇਹ ਤਾਂ ਦੇਖੋ ਅਗਲੇ ਨੂੰ ਇੱਕ ਮੁੱਦਾ ਮਿਲਣਾ ਚਾਹੀਦਾ, ਕਿਉਂਕਿ ਜੇ ਉਹ ਸਹੀ ਮਨੋਂ ਹੋਣ ਤਾਂ ਉਹ ਪਾਰਲੀਮੈਂਟ 'ਚ ਸਰਕਾਰ ਹੀ ਕਾਂਗਰਸ ਦੀ ਵੀ ਰਹੀ ਆ, ਬਾਦਲ ਸਾਹਿਬ ਦੀ ਵੀ ਰਹੀ ਆ। ਅਗਰ ਨਹੀਂ ਸੈਂਟਰ ਕਰਦੀ ਤਾਂ ਇਹ ਸ਼ਹੀਦ ਦਾ ਦਰਜਾ ਦਿੰਦੇ ਜਾਂ ਇਹ ਆਵਾਜ਼ ਉੱਥੇ ਉਠਾਉਂਦੇ। ਸੋ ਚਲੋ ਜੇ ਉਹ ਕਰ ਰਹੇ ਆ ਉਹ ਮਾੜੀ ਗੱਲ ਨਹੀਂ, ਵਧੀਆ ਗੱਲ ਆ। ਪਰ ਮਾਨ ਸਾਹਿਬ ਦੀ ਜਿਹੜੀ ਹੈ ਅੱਜ ਦੇ ਹਾਲਾਤ ਵਿੱਚ ਇਹ ਸਟੇਟਮੈਂਟ ਦੇਣੀ ਬਹੁਤ ਮੰਦਭਾਗੀ ਆ, ਪੰਜਾਬ ਲਈ ਬੜਾ ਨੁਕਸਾਨਦੇਹ ਆ ਔਰ ਪੰਜਾਬ ਨੂੰ ਪਤਾ ਨਹੀਂ ਇਹ ਕਿੱਧਰ ਨੂੰ ਖੜਨਾ ਚਾਹੁੰਦੇ, ਇਹਨਾਂ ਦੀ ਕੀ ਮਨਸ਼ਾ ਹੈ। ਇਹਨਾਂ ਨੂੰ ਜੇ ਇੰਨੇ ਆਪਣੇ ਆਪ ਨੂੰ ਸਮਝਦੇ ਆ ਕਿ ਪੰਜਾਬ ਦੇ ਹਿਤੈਸ਼ੀ, ਜੋ ਗੱਲਾਂ ਖਾਲਿਸਤਾਨ ਦੀਆਂ ਜਾਂ ਹੋਰ ਕਰਦੇ ਆ, ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਹੋਰ ਵੀ ਹੈ। ਲੋਕਾਂ ਦੇ ਨਿਆਣੇ ਮਰਵਾਉਣ ਵਾਲਿਆਂ ਦੇ ਵਿੱਚ ਇੱਕ ਵੀ ਪਰਿਵਾਰਕ ਮੈਂਬਰ ਕਿਸੇ ਦਾ ਵੀ ਦੱਸ ਦਿਓ ਲੀਡਰ ਦਾ, ਲੋਕਾਂ ਦੇ ਨਿਆਣੇ ਮਰੇ ਆ, ਸਾਡਾ ਵੀ ਨੁਕਸਾਨ ਹੋਇਆ। ਔਰ ਆਪ ਇਹ ਸਾਰੇ ਵਿਦੇਸ਼ਾਂ ਵਿੱਚ ਸੀਗੇ ਜਿਸ ਵੇਲੇ ਮੂਵਮੈਂਟ ਚੱਲੀ ਆ, ਉਸ ਵੇਲੇ ਜੋ ਕੁਛ ਵੀ ਕਹਿ ਰਹੇ ਸੀ, ਧਰਮ ਯੁੱਧ ਕਹਿ ਰਹੇ ਜਾਂ ਕੁਛ ਵੀ ਕਹਿ ਰਹੇ, ਇਹਨਾਂ ਦੇ ਸਾਰੇ ਹੀ ਕਾਕੇ ਜਿਹੜੇ ਆ ਉਹ ਅਮਰੀਕਾ, ਇੰਗਲੈਂਡ, ਕੈਨੇਡਾ ਦੇ ਵਿੱਚ ਸੀਗੇ। ਅਤੇ ਜਦੋਂ ਪਾਵਰ ਜਾ ਗਏ ਆ ਫਿਰ ਉਹ ਸਾਂਭਣੇ, ਸਾਰੇ ਚੀਫ ਮਿਨਿਸਟਰ ਵੀ ਬਣਨੇ ਤੇ ਮੰਤਰੀ ਵੀ ਬਣ ਗਏ ਔਰ ਇਸ ਨੂੰ ਮੰਡੀ ਬਣਾਤਾ ਨਸ਼ਿਆਂ ਦੀ। ਔਰ ਮੈਂ ਸਮਝਦਾ ਕਿ ਇਹਦੇ ਨਾਲੋਂ ਬਦਕਿਸਮਤੀ ਨਹੀਂ ਹੋ ਸਕਦੀ ਹੋਰ ਕੋਈ ਵੀ ਕਿ ਜਿਹੜੀ ਇੱਕ ਕੌਮ ਦੀ ਜਿਹੜੀ ਜਵਾਨੀ ਆ ਉਸ ਨੂੰ ਖਤਮ ਕਰ ਲਈ, ਨਸ਼ਿਆਂ ਵਿੱਚ ਧਕੇਲਿਆ ਜਾਵੇ। ਔਰ ਜਿਹੜੇ ਕੋਈ ਚੰਦ ਸਾਡੇ ਨਿਆਣੇ ਲਾਇਕ ਹੈਗੇ ਆ ਉਹ ਆਈਲੈਟ ਕਰਕੇ ਬਾਹਰ ਜਾ ਰਹੇ ਆ, ਪੰਜਾਬ ਦੇ ਵਿੱਚ ਰਹਿ ਕੀ ਰਿਹਾ, ਉਧਰ ਨੂੰ ਤਾਂ ਸੋਚ ਨਹੀਂ ਰਿਹਾ ਕੋਈ ਵੀ। 107 ਸਾਲ 15 ਸਾਲ ਹੋ ਗਏ ਸ਼ਹੀਦ ਭਗਤ ਸਿੰਘ ਦੇ ਜਨਮ ਨੂੰ, 92 ਸਾਲ ਹੋ ਗਏ ਉਹਨਾਂ ਦੀ ਸ਼ਹੀਦੀ ਨੂੰ, 92 ਸਾਲ ਬਾਅਦ ਮਾਨ ਸਾਹਿਬ ਨੂੰ ਚੇਤਾ ਹੈ।
ਉਹ ਤਾਂ ਇਸ ਤੋਂ ਪਹਿਲਾਂ ਵੀ ਇਹੀ ਗੱਲ ਹੀ ਕਹਿੰਦੇ ਰਹੇ ਆ, ਹੁਣ ਫਿਰ ਰਿਪੀਟ ਕਰ ਦਿੱਤੀ। ਪਹਿਲਾਂ ਨਹੀਂ, ਇਹ ਸਾਲ ਕੁ ਤੋਂ ਗੱਲ ਹੋਈ ਇਹਨਾਂ ਦੀ, ਪਹਿਲਾਂ ਨਹੀਂ ਕਿਹਾ, ਪਹਿਲਾਂ ਤਾਂ ਚੁੱਪ ਰਹੇ ਆ। ਇਹ ਹੁਣ ਹੀ ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਤਾਕਤ ਆ, ਜਿਹੜਾ ਕਿ ਪੰਜਾਬ ਨੂੰ ਮੁੜ ਕੇ ਜਿਸ ਅਸੀਂ ਖੁੱਬਣ ਚੋਂ ਨਿਕਲੇ ਸੀਗੇ ਦੁਬਾਰਾ ਉਦੋਂ ਨੂੰ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਨਸ਼ਿਆਂ ਦਾ ਮੁੱਦਾ ਆ ਗਿਆ, ਗੈਂਗਸਟਰ ਹੋ ਗਏ। ਗੈਂਗਸਟਰ ਕਿਹਨੇ ਪੈਦਾ ਕੀਤੇ? ਮੁੰਡੇ ਬੜੇ ਲਾਇਕ ਆ ਇਹ, ਜਿੰਨੇ ਵੀ ਐਸੇ ਜਿਹੜੇ ਨਾਂ ਚਰਚਾ ਵਿੱਚ ਹੈਗੇ ਆ, ਇਹਨਾਂ ਦਾ ਪਿਛੋਕੜ ਦੇਖੋ, ਉਹ ਕੋਈ ਕ੍ਰਿਮੀਨਲ ਨਹੀਂ ਸੀਗੇ, ਕ੍ਰਿਮੀਨਲ ਬਣਾਏ ਗਏ ਆ। ਔਰ ਮੈਂ ਤਾਂ ਇਹ ਕਹਾਂਗਾ ਅੱਜ ਦੇ ਦਿਨ ਮੌਜੂਦਾ ਸਰਕਾਰ ਨੂੰ, ਆਪ ਨੂੰ, ਜੇ ਤੁਸੀਂ ਲੋਕ ਹਿਤੈਸ਼ੀ ਹੋ, ਇਹ ਗੋਲੀਆਂ ਨਾਲ ਜਾਂ ਜੇਲ੍ਹਾਂ 'ਚ ਧੱਕਣ ਨਾਲ ਨਾ ਨਸ਼ੇ ਹਟ ਸਕਦੇ ਆ, ਨਾ ਇਹ ਜਿਹੜੀ ਹੈਗੇ ਗੈਂਗਵਾਰ ਹਟ ਸੀ। ਇਹਨਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਇਸ ਦਾ ਕੋਈ ਰਸਤਾ ਸੋਚੋ। ਤੁਹਾਡੇ ਹਿਸਾਬ ਨਾਲ ਉਹ ਰਸਤਾ ਕੀ ਹੋ ਸਕਦਾ ਹੈ ਕਿ ਸਾਰੇ ਪੁੱਠੇ ਕੰਮਾਂ ਤੋਂ ਮੁੜ ਕੇ ਸਿੱਧੇ ਵਾਲੇ ਪਾਸੇ ਆ ਜਾਣ? ਕਿਉਂਕਿ ਇਸ ਟਰੈਪ 'ਚ ਆ ਗਿਆ। ਜਿਹੜੇ ਮੁੰਡੇ ਸੀਗੇ ਸਾਰੇ ਦੇਖੋ ਯੂਨੀਵਰਸਿਟੀ 'ਚ ਪੜ੍ਹਦੇ ਸੀ, ਚੰਗਾ ਪਿਛੋਕੜ ਇਹਨਾਂ ਦਾ ਪਿਛੋਕੜ ਕਿਸੇ ਦਾ ਵੀ ਕ੍ਰਿਮੀਨਲ ਨਹੀਂ ਆ। ਉਹ ਆਪਸ ਵਿੱਚ ਪੋਲੀਟੀਕਲੀ ਇਹਦੇ ਪਿੱਛੇ ਹੱਸੀ, ਉਹਨਾਂ ਨੂੰ ਇਹਨਾਂ ਨੇ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਲਾਈਨ 'ਚ ਵਾੜ ਕੇ ਸਬਜ਼ ਬਾਗ ਦਿਖਾ ਕੇ ਉਹ ਵਿਚਾਰੇ ਹੁਣ ਫਸ ਗਏ। ਹੁਣ ਪਿੱਛੇ ਹਟਣ ਦਾ ਹੈ ਨਹੀਂ। ਪਰ ਇਹ ਭਗਵੰਤ ਮਾਨ ਜੀ, ਕੇਜਰੀਵਾਲ ਜੀ ਨੂੰ ਵੀ ਬੇਨਤੀ ਆ ਕਿ ਇਸ ਦਾ ਕੋਈ ਇਹਨਾਂ ਨਾਲ ਹੱਲ ਕੱਢ ਕੇ ਦੇਖੋ। ਮੱਧ ਪ੍ਰਦੇਸ਼ 'ਚ ਡਾਕੂ ਕਿਵੇਂ ਖਤਮ ਹੋਏ? ਉਹਨਾਂ ਨੂੰ ਵਾਪਸ ਆਉਣ ਦਾ ਰਸਤਾ ਦਿੱਤਾ ਗਿਆ। ਇਸ ਕਰਕੇ ਇਹਨਾਂ ਨੂੰ ਨਸ਼ਿਆਂ ਵਾਲੇ ਵੀ ਜਿਹੜੇ ਹੈਗੇ, ਨਸ਼ਿਆਂ 'ਚ ਤੁਸੀਂ ਦੇਖ ਲਓ ਸਪਲਾਇਰ ਕੋਈ ਨਹੀਂ ਫੜਿਆ ਗਿਆ ਅੱਜ ਤੱਕ। ਜਿਹੜੇ ਖਾਣੇ ਵਾਲੇ ਆ ਨਾ, ਜਿਨ੍ਹਾਂ ਨੂੰ ਨਸ਼ੇੜੀ ਬਣਾਇਆ ਜਾਂ ਛੋਟੇ ਮੋਟੇ ਜਿਹੜੇ ਉਹਨਾਂ ਦੇ ਕਰਿੰਦੇ ਆ ਉਹ ਸ਼ੋਅ ਕਰਨੇ, ਉਹ ਆ। ਉਹ ਮਾਲ ਦੀ ਸਪਲਾਈ ਜਦ ਤੱਕ ਬੰਦ ਨਹੀਂ ਹੁੰਦੀ, ਆਪਾਂ ਕਹਿੰਦੇ ਜੀ 3000 ਕਿਲੋ ਆ ਗਿਆ, 75 ਕਿਲੋ ਆ ਗਿਆ ਜਾਂ ਹੋਰ ਆ ਗਿਆ, ਉਹਦਾ ਸੋਰਸ ਤਾਂ ਅਜੇ ਤੱਕ ਨਹੀਂ ਡੋਲਿਆ। ਇਹ ਸਾਰੀਆਂ ਗੱਲਾਂ ਇੱਕ ਪਾਸੇ ਹੈ ਕਿ ਇਹਨਾਂ ਮਸਲਿਆਂ ਦਾ ਹੱਲ ਹੋਣਾ ਚਾਹੀਦਾ। ਮੇਰਾ ਆਖਰੀ ਸਵਾਲ ਹੈ ਕਿ ਤੁਹਾਡੇ ਹਿਸਾਬ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦੀ ਡੈਫੀਨੇਸ਼ਨ ਕੀ ਹੈ? ਉਹਨਾਂ ਦਾ ਦੇਖੋ, ਉਹਨਾਂ ਦਾ ਸੀਗਾ ਮਨੁੱਖਤਾ ਲਈ ਇੱਕ ਮਨੁੱਖਤਾ ਦੀ, ਜਿਹੜਾ ਗੁਲਾਮੀ ਵਾਲਾ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਕਿਉਂ ਹੋਵੇ। ਅਸੀਂ ਵੀ ਜਿਹੜਾ ਸਾਡੇ 'ਤੇ ਰਾਜ ਕਰਦਾ, ਜਿਹਦੇ ਅਸੀਂ ਗੁਲਾਮ ਆ, ਅਸੀਂ ਵੀ ਉਸੇ ਤਰ੍ਹਾਂ ਦੇ ਇਨਸਾਨ, ਅਸੀਂ ਆਪਣਾ ਪ੍ਰਬੰਧ ਆਪ ਚਲਾਈਏ। ਉਹਨਾਂ ਨੇ ਇਨਕਲਾਬ ਸਾਨੂੰ ਭਗਤ ਸਿੰਘ ਨੂੰ ਪੇਸ਼ ਕੀਤਾ ਗਿਆ ਇੱਕ ਪਿਸਤੌਲ ਵਾਲਾ ਗਨ ਦੇ ਕੇ, ਜਦ ਕਿ ਉਹਨਾਂ ਦਾ ਇਨਕਲਾਬ ਦੀ ਪਰਿਭਾਸ਼ਾ ਇਹ ਸੀ ਵੀ ਜਿਹੜਾ ਇਨਕਲਾਬ ਆ ਉਹ ਇਨਕਲਾਬ ਇਹ ਨਹੀਂ ਹੈ ਕਿ ਹਥਿਆਰਾਂ ਨਾਲ ਜਾਂ ਬੰਦੂਕਾਂ ਨਾਲ, ਉਹ ਵਿਚਾਰਾਂ ਦੇ ਨਾਲ ਲੋਕਾਂ ਨੂੰ ਸੂਝ-ਬੂਝ ਲਿਆ ਕੇ, ਵਿਚਾਰਾਂ ਦੀ ਧਾਰ ਦੇ ਉੱਤੇ ਲਿਆ ਕੇ ਉਹ ਇਨਕਲਾਬ ਲੋਕਾਂ ਦੇ ਵਿੱਚ ਜਦੋਂ ਸੂਝ-ਬੂਝ ਆ ਗਈ ਤਾਂ ਇਨਕਲਾਬ ਆਪਣੇ ਆਪ ਆ ਗਿਆ। ਜੀ, ਤੁਸੀਂ ਸਾਡੇ ਨਾਲ ਚਰਚਾ ਕੀਤੀ ਹੈ ਜੀ, ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ। ਇਹ ਸਨ ਸਾਡੇ ਨਾਲ ਹਰਭਜਨ ਸਿੰਘ ਢੱਟ ਜੀ, ਜਿਨ੍ਹਾਂ ਦਾ ਪਿਛੋਕੜ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਜੁੜਦਾ ਹੈ ਪਰਿਵਾਰਕ ਤੌਰ ਦੇ ਉੱਤੇ ਵੀ। ਔਰ ਅਸੀਂ ਗੱਲਬਾਤ ਕਰਨੀ ਇਸ ਕਰਕੇ ਜ਼ਰੂਰੀ ਸਮਝੀ ਕਿ ਜੋ ਵੀ ਗੱਲਾਂ ਹੋ ਰਹੀਆਂ ਨੇ ਫਜ਼ੂਲ ਦੀਆਂ, ਉਸ ਦੇ ਵਿੱਚ ਚੰਗਾ ਕੀ ਹੈ, ਸ਼ਹੀਦ ਆਜ਼ਮ ਭਗਤ ਸਿੰਘ ਦੀ ਪਰਿਭਾਸ਼ਾ ਕੀ ਹੈ, ਉਹ ਸਾਰਿਆਂ ਦੇ ਸਾਹਮਣੇ ਜ਼ਰੂਰ ਆਉਣੀ ਚਾਹੀਦੀ ਹੈ, ਤਾਂ ਕਿ ਨਵੀਂ ਪੀੜ੍ਹੀ ਘੱਟੋ ਘੱਟ ਜਦੋਂ ਸੁਣੇ ਵੇਖੇ ਤਾਂ ਉਹਨਾਂ ਨੂੰ ਸਹੀ ਤੇ ਗਲਤ ਦਾ ਪਤਾ ਹੋਣਾ ਚਾਹੀਦਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।